ਦੋਸਤੋ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਸਵਾਗਤ ਹੈ। ਆਪਾਂ ਜਿਹੜੇ ਇੰਪੋਰਟੈਂਟ ਇਸ਼ੂਜ਼ ਆ ਉਹਦੇ ਤੇ ਤੁਹਾਡੇ ਨਾਲ ਵਿਚਾਰ ਚਰਚਾ ਕਰਨੀ ਬਣਦੀ ਹੈ, ਕਿਉਂਕਿ ਇੱਕ ਤਾਂ ਜਿਹੜੀ ਕੋਵਿਡ-19 ਦੇ ਕਰਕੇ ਬਹੁਤ ਰੋਜ਼ ਮੀਡੀਆ ਨੂੰ ਤੁਸੀਂ ਬੁਲਾ ਨਹੀਂ ਸਕਦੇ। ਬਹੁਤ ਸਾਰੇ ਮੀਡੀਆ ਵਾਲੇ ਆਪ ਵੀ ਅਵੋਇਡ ਕਰਦੇ ਨੇ ਤੇ ਹਮੇਸ਼ਾ ਇਹ ਵੀ ਖਤਰਾ ਰਹਿੰਦਾ ਕਿ ਕੋਈ ਨਾ ਕੋਈ ਇਸ ਤਰ੍ਹਾਂ ਦੇ ਨਾਲ ਤੁਹਾਨੂੰ ਕੋਈ ਇਨਫੈਕਸ਼ਨ ਜਾਂ ਕੋਈ ਇਸ ਤਰ੍ਹਾਂ ਦਾ ਨਾ ਹੋ ਜਾਵੇ। तो ਉਹਨਾਂ ਸਾਰੀਆਂ ਗੱਲਾਂ ਨੂੰ ਮੱਦੇਨਜ਼ਰ ਰੱਖਦੇ ਆਈ ਥਿੰਕ ਕਿ ਜਿਹੜਾ ਸੋਸ਼ਲ ਮੀਡੀਆ ਦਾ ਇਹ ਹਥਿਆਰ ਆ ਇਹ ਬਹੁਤ ਤਾਕਤਵਰ ਤੇ ਬੜਾ ਅੱਛਾ ਹਥਿਆਰ ਹੈ ਆਪਣੇ ਸਾਰਿਆਂ ਵਾਸਤੇ। ਤੋ ਅੱਜ ਮੈਂ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਜਿਹੜੀ ਪਾਵਰ ਸਬਸਿਡੀ ਹੈ, ਜਿਹੜੀ ਫ੍ਰੀ ਬਿਜਲੀ ਦਿੱਤੀ ਜਾ ਰਹੀ ਸੀ ਕਿਸਾਨਾਂ ਨੂੰ ਪੰਜਾਬ ਦੇ ਵਿੱਚ, ਉਹਦੇ ਤੇ ਕਾਫੀ ਵੱਡਾ ਇਸ਼ੂ ਉੱਠਿਆ ਹੋਇਆ, ਵਿਵਾਦ ਉੱਠਿਆ, ਕਿਉਂਕਿ ਪਹਿਲਾਂ ਕੈਪਟਨ ਸਾਹਿਬ ਨੇ ਅੱਜ ਤੋਂ 3 ਦਿਨ ਪਹਿਲਾਂ ਜਿਹੜੀ ਕੈਬਨਿਟ ਮੀਟਿੰਗ ਹੋਈ ਉਹਦੇ 'ਚ ਉਹਨਾਂ ਨੇ ਇਹ ਐਲਾਨ ਬਕਾਇਦਾ ਤੌਰ 'ਤੇ ਫੈਸਲਾ ਲਿਆ ਵਾ ਕਿ ਪੰਜਾਬ ਦੇ ਵਿੱਚ ਮੁਫਤ ਜਿਹੜੀ ਬਿਜਲੀ ਦਿੱਤੀ ਜਾ ਰਹੀ ਟਿਊਬਵੈਲਸ ਦੀ, ਇਸ ਨੂੰ ਰਿਪਲੇਸ ਕਰਕੇ ਯਾਨੀ ਕਿ ਇਹਨੂੰ ਵਿਡਰਾਅ ਕਰਕੇ ਅਸੀਂ ਇਸ ਨੂੰ ਹੁਣ ਅਸੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ DBT ਯਾਨੀ ਕਿ ਕੈਸ਼ ਸਬਸਿਡੀ ਅਸੀਂ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿਆ ਕਰਾਂਗੇ। ਉਸ ਦੇ ਨਾਲ ਸੁਭਾਵਕ ਸੀਗਾ ਕਿ ਸ਼ੋਰ ਤਾਂ ਮਚਣਾ ਹੀ ਮਚਣਾ ਸੀਗਾ ਕਿ ਸਾਰੀ ਦੁਨੀਆ ਦੇ ਵਿੱਚ ਤੁਸੀਂ ਜਾਣਦੇ ਹੋ ਕਿ ਇਸ ਵਕਤ ਕਿਸਾਨ ਜਿਹੜੇ ਨੇ ਉਹ ਮੰਦਹਾਲੀ 'ਚ, ਔਰ ਪੰਜਾਬ ਦਾ ਕਿਸਾਨ ਖਾਸ ਤੌਰ ਤੇ 1 ਲੱਖ ਕਰੋੜ ਰੁਪਏ ਦਾ ਕਰਜ਼ਈ ਹੈ ਤੇ ਕਿਸਾਨਾਂ ਦੀ ਆਤਮ ਹੱਤਿਆ ਲਗਾਤਾਰ ਚੱਲ ਰਹੀ ਹੈ। ਸੋ ਬੜਾ ਸੈਂਸਿਟਿਵ ਇਸ਼ੂ ਕਿਸਾਨਾਂ ਦੀ ਆਰਥਿਕਤਾ ਨੂੰ ਲੈ ਕੇ ਜਦੋਂ ਵਿਵਾਦ ਉੱਠਿਆ, ਰੌਲਾ ਪਿਆ, ਤੇ ਅੱਜ ਕੈਪਟਨ ਸਾਹਿਬ ਨੇ ਇੱਕ ਟਵੀਟ ਕੀਤਾ ਵਾ। ਇੱਕ ਪਾਸੇ ਕੈਬਨਿਟ ਦਾ ਫੈਸਲਾ ਆਇਆ ਵਾ ਸਾਰੀਆਂ ਅਖਬਾਰਾਂ 'ਚ, ਇੱਕ ਪਾਸੇ ਉਹਨਾਂ ਨੇ ਸਿਰਫ ਆਪਣਾ ਟਵਿੱਟਰ ਯੂਜ਼ ਕਰਕੇ ਅੱਜ ਟਵੀਟ ਕੀਤਾ ਕਿ ਮੁਫਤ ਬਿਜਲੀ ਜਿਹੜੀ ਵਾਪਸ ਨਹੀਂ ਲਈ ਜਾਵੇਗੀ। ਸੋ ਇਸ ਦੇ ਨਾਲ ਕੀ ਹੋਇਆ ਕਿ ਅਟਕ ਕਨਫਿਊਜ਼ਨ ਪੈ ਗਈ। ਬਹੁਤ ਸਾਰਾ ਲੋਕਾਂ ਦੇ ਮਨਾਂ ਵਿੱਚ ਖਦਸ਼ਾ ਵਾ, ਕਿਉਂਕਿ ਸਾਡੇ ਦੇਸ਼ ਵਿੱਚ ਪੋਲੀਟੀਕਲ ਆਦਮੀਆਂ ਤੇ ਕੋਈ ਲੋਕਾਂ ਨੂੰ ਬਹੁਤਾ ਭਰੋਸਾ ਨਹੀਂ ਹੈ। ਮੈਂ ਜਿਹੜਾ ਆਪਣਾ ਪੱਖ ਰੱਖਣਾ ਚਾਹੁੰਦਾ ਕਿ ਜਿਹੜੀ ਇਹ ਖੇਤੀ ਆ ਨਾ, ਇਹ ਸਾਰੀ ਦੁਨੀਆ ਵਿੱਚ ਸਬਸਿਡਾਈਜ਼ਡ ਹੈ, ਬਲਕਿ ਸਬਸਿਡੀ ਮਾੜਾ ਸ਼ਬਦ ਆ। ਜੇ ਇਹੀ ਇੰਡਸਟਰੀ ਨੂੰ ਮਦਦ ਕਰਨੀ ਹੋਵੇ ਮੋਦੀ ਸਾਹਿਬ ਨੇ ਤਾਂ ਇਹਨੂੰ ਕਹਿੰਦੇ ਸਟਿਮੂਲਸ ਪੈਕੇਜ, ਯਾਨੀ ਕਿ ਉਹਨੂੰ ਸਟਿਮੂਲੇਟ ਕਰਨ ਲਈ ਇੰਡਸਟਰੀ ਨੂੰ ਇੱਕ ਬਾਇਜ਼ਤ ਸ਼ਬਦ ਬਣਾਇਆ ਹੋਇਆ। ਸਬਸਿਡੀ ਹੁੰਦੀ ਕਿਸੇ ਦੀ ਮਦਦ ਕਰਨਾ, ਕਿਸੇ ਮਤਲਬ ਸਹਾਇਤਾ ਕਰਨੀ, ਕਿਸੇ ਤੇ ਤਰਸ ਕਰਕੇ ਕਿਸੇ ਦੀ ਮਦਦ ਕਰਨੀ। ਪਰ ਚਲੋ ਸਾਰੀ ਦੁਨੀਆ ਵਿੱਚ ਖੇਤੀ ਸਬਸਿਡਾਈਜ਼ਡ ਹੈ। ਮਤਲਬ ਸਭ ਤੋਂ ਇੰਪੋਰਟੈਂਟ ਜੇ ਮੈਂ ਹੁਣ ਸਭ ਤੋਂ ਵਿਕਸਿਤ ਮੁਲਕ ਦਾ ਦੇ ਦੇਣਾ, ਅਮਰੀਕਾ, ਕੈਲੀਫੋਰਨੀਆ ਸਭ ਤੋਂ ਬਿਹਤਰੀਨ ਉਹਨਾਂ ਦਾ ਸੂਬਾ, ਸਭ ਤੋਂ ਵੱਡਾ ਸੂਬਾ ਵਾ, ਔਰ ਉੱਥੇ ਸਭ ਤੋਂ ਵਰਲਡ ਦੀ ਇੱਕ ਕਿਸਮ ਦੀ ਆਪਾਂ ਕਹਿ ਸਕਦੇ ਕਿ ਟੌਪ ਕਲਾਸ ਖੇਤੀ ਹੁੰਦੀ ਆ, ਹਰ ਕਿਸਮ ਦੀ, ਹਾਰਟੀਕਲਚਰ, ਐਗਰੀਕਲਚਰ ਔਰ ਵਗੈਰਾ ਵਗੈਰਾ। ਅਮਰੀਕਾ ਜਿਹੜਾ ਤੁਸੀਂ ਅਗਰ ਗੂਗਲ ਤੇ ਰਿਸਰਚ ਕਰੋਗੇ, ਅਮਰੀਕਾ ਜਿਹੜਾ ਹੈ ਉਹ ਆਪਣੇ ਕਿਸਾਨਾਂ ਨੂੰ ਹਰ ਸਾਲ $20 ਬਿਲੀਅਨ ਦੀ ਸਬਸਿਡੀ ਦਿੰਦਾ। $20 ਬਿਲੀਅਨ। ਜੇ ਆਪਾਂ ਉਹਨੂੰ ਥੋੜ੍ਹਾ ਜਿਹਾ ਦੇਸੀ ਤਰੀਕੇ ਨਾਲ ਆਪਣੇ ਪੈਸਿਆਂ 'ਚ ਕਰਾਂਗੇ ਤਬਦੀਲ ਤਾਂ 1.5 ਲੱਖ ਕਰੋੜ ਰੁਪਈਆ ਆਪਣਾ ਬਣਦਾ। ਪੰਜਾਬ ਸਰਕਾਰ ਦਾ ਉਹਨਾਂ ਬਜਟ ਨਹੀਂਗਾ ਜਿੰਨਾ ਅਮਰੀਕਾ ਆਪਣੇ ਕਿਸਾਨਾਂ ਨੂੰ ਅਫਲੋਟ ਰੱਖਣ ਵਾਸਤੇ, ਉਹਨਾਂ ਦੀ ਮਦਦ ਕਰਨ ਵਾਸਤੇ, ਉਹਨਾਂ ਨੂੰ ਜਿਹੜੀ ਇਸ ਵਕਤ ਮਹਿੰਗਾਈ ਆ ਉਹਦੇ 'ਚ ਉਹਨਾਂ ਦੀ ਮਦਦ ਕਰਨ ਵਾਸਤੇ 1.5 ਲੱਖ ਕਰੋੜ ਰੁਪਏ ਯਾਨੀ ਕਿ $20 ਬਿਲੀਅਨ ਦੀ ਸਬਸਿਡੀ ਦਿੰਦਾ ਹਰ ਸਾਲ, ਹਰ ਤਰ੍ਹਾਂ ਦੀ ਫਸਲ ਲਈ। ਉਹਨਾਂ ਦੇ ਔਰਚਰਡਸ ਨੇ ਉਹਦੇ ਵਾਸਤੇ, ਕਣਕ ਵਾਸਤੇ, ਕਾਟਨ ਵਾਸਤੇ, ਕੋਰਨ ਵਾਸਤੇ, ਮੱਕੀ ਉੱਥੇ ਬਹੁਤ ਹੁੰਦੀ ਅਮਰੀਕਾ ਦੇ ਵਿੱਚ। ਤੇ ਇਹ ਵੀ ਦੇਸ਼ ਬਲਕਿ ਆਸਟ੍ਰੇਲੀਆ, ਯੂਰਪੀਅਨ ਕੰਟਰੀ ਸਾਰੇ ਹੀ ਆਪਣੇ ਖੇਤੀ ਨੂੰ ਮਦਦ ਕਰਨ ਲਈ ਕਰਦੇ ਨੇ, ਸਬਸਿਡੀ ਦਿੰਦੇ ਨੇ। ਔਰ ਅਮਰੀਕਾ ਵਿੱਚ ਅੱਛੀ ਚੀਜ਼ ਹੈ ਕਿ ਜਿਹੜੀ ਸਾਰੀਆਂ ਕ੍ਰੌਪਸ ਜਿਹੜੀਆਂ ਇਨਸ਼ੋਰਡ ਨੇ। ਆਪਣੇ ਦੇਸ਼ ਵਿੱਚ ਬਹੁਤ ਦੇਰ ਦਾ ਰੌਲਾ ਚੱਲ ਰਿਹਾ ਕ੍ਰੌਪ ਇੰਸ਼ੋਰੈਂਸ ਹੋਣੀ ਚਾਹੀਦੀ, ਕ੍ਰੌਪ ਇੰਸ਼ੋਰੈਂਸ ਗੱਲਾਂ ਹੀ ਕਰੀ ਜਾਂਦੇ ਨੇ ਪਾਰਲੀਮੈਂਟ ਵਿੱਚ, ਅਸੈਂਬਲੀਆਂ ਵਿੱਚ। ਉਹਨਾਂ ਨੇ ਕਾਫੀ ਦੇਰ ਦਾ ਕ੍ਰੌਪ ਇੰਸ਼ੋਰੈਂਸ ਕੀਤੀ ਔਰ ਸਾਰਾ ਪ੍ਰੀਮੀਅਮ ਉੱਥੋਂ ਦੀ ਸਰਕਾਰ ਭਰਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਰੱਖਿਆ ਕਿ ਉਹਨਾਂ ਦਾ ਇੱਕ ਹੈਗਾ ਰੈਫਰੈਂਸ ਪ੍ਰਾਈਸ, ਹਰ ਫਸਲ ਦੀ ਉਹ ਕੀਮਤ ਤੈਅ ਕਰਦੇ ਨੇ ਕਿ ਸਰਕਾਰ ਨੇ ਉੱਥੋਂ ਦੀ ਕਾਂਗਰਸ ਨੇ ਆਹ ਪਾਸ ਕਰ ਦਿੱਤਾ ਕੀਮਤ ਆ ਸਾਡੇ ਇਸ ਫਸਲ ਦੀ। ਅਗਰ ਉਸ ਫਸਲ ਦੀ ਉਸ ਰੈਫਰੈਂਸ ਪ੍ਰਾਈਸ ਨਾਲੋਂ ਘੱਟ ਕੀਮਤ ਤੇ ਕੋਈ ਵੀ ਵੇਚਦਾ, ਜਿਹੜਾ ਉਹਦਾ ਫਰਕ ਹੈਗਾ ਵਾ ਉਹ ਅਮਰੀਕਾ ਦੀ ਸਰਕਾਰ ਭਰਦੀ। ਜਿੱਦਾਂ ਇੱਥੇ ਮਿਨੀਮਮ ਸਪੋਰਟ ਪ੍ਰਾਈਸ ਆ, ਅਗਰ ਫਰਜ਼ ਕਰੋ ਐਕਸਪਲੋਇਟੇਸ਼ਨ ਜਿੱਦਾਂ ਸਾਡੇ ਡਿਸਟ੍ਰੈਸ ਸੇਲ ਹੁੰਦੀ ਆ ਪੈਡੀ ਦੀ ਤੇ ਕਣਕ ਦੀ ਆਮ ਤੌਰ ਤੇ ਹੁੰਦੀ ਆ, ਤੇ ਉਦੋਂ ਫਿਰ ਜਿਹੜਾ ਘਾਟਾ ਹੋਊਗਾ ਉਹ ਉੱਥੋਂ ਦੀ ਸਰਕਾਰ ਭਰਦੀ ਹੈ, ਇੱਥੇ ਸਾਡੇ ਕੋਈ ਨਹੀਂ ਭਰਦਾ। ਇਸ ਤਰ੍ਹਾਂ ਦੀਆਂ 8 ਉਹਨਾਂ ਦੀਆਂ ਪਾਲਿਸੀਜ਼ ਨੇ। ਔਰ ਉਹਦੇ 'ਚ ਇੱਕ ਬੜੀ ਇੰਪੋਰਟੈਂਟ ਹੈਗੀ ਕਿ ਜਿਹੜੀ ਉਹਨਾਂ ਨੇ ਇੱਕ ਕੈਲਕੂਲੇਟ ਕੀਤੀ ਕਿ ਪਰ ਏਕੜ ਇਨਕਮ ਜਿਹੜੀ ਆ ਅਮਰੀਕਾ ਦੇ ਕਿਸਾਨ ਨੂੰ ਘੱਟੋ ਘੱਟ ਇੰਨੀ ਹੋਣੀ ਚਾਹੀਦੀ ਹੈ। ਅਗਰ ਉਸ ਇਨਕਮ ਤੋਂ ਘੱਟ ਹੁੰਦੀ ਆ ਤੇ ਅਮਰੀਕਨ ਗਵਰਨਮੈਂਟ ਜਿਹੜੀ ਆ ਉਹਨੂੰ ਸਬਸਿਡਾਈਜ਼ ਕਰਕੇ ਉਹਨੂੰ ਦੀ ਮਦਦ ਕਰਦੀ। 8
ਏਰੀਆਜ਼ ਨੇ, ਜਿੱਦਾਂ ਡਿਜ਼ਾਸਟਰ ਫੰਡ ਹੈ ਉਹਨਾਂ ਨੇ ਰੱਖਿਆ, ਜਿੱਦਾਂ ਆਪਣੇ ਗੜੇ ਪੈ ਗਏ, ਫਲੱਡ ਆ ਗਿਆ ਜਾਂ ਡਰੌਟ ਆ ਗਿਆ, ਬਿਲਕੁਲ ਮੀਂਹ ਪਿਆ ਨਹੀਂ, ਤੇ ਸਾਡੇ ਤਾਂ ਇੱਥੇ 1000-2000 ਰੁਪਏ ਕਿੱਲੇ ਦਾ ਦਿੰਦੇ, ਉਹ ਵੀ ਬੇਈਮਾਨੀ ਨਾਲ ਦਿੰਦੇ, ਗਰਦੌਰੀਆਂ ਗਲਤ ਕਰਾ ਕੇ। ਉਹਨਾਂ ਦਾ ਇੱਕ ਸਟੈਂਡਰਡਾਈਜ਼ਡ ਆਪਰੇਸ਼ਨ ਹੈ, 100% ਉਹਨਾਂ ਨੇ ਕੰਪਨਸੇਟ ਕਰਨਾ ਕ੍ਰੌਪ ਦਾ ਜਿਹੜਾ ਲਾਸ ਹੁੰਦਾ ਕਿਸੇ ਵੀ ਨੈਚੁਰਲ ਕਲੈਮਿਟੀ ਦੇ ਕਰਕੇ। ਇਹਨੂੰ ਤਾਂ ਕਹਿੰਦੇ ਆ ਬਾਇਜ਼ਤ ਸਬਸਿਡੀ, ਬਾਇਜ਼ਤ ਮਦਦ। ਲੇਕਿਨ ਸਾਡੇ ਪੰਜਾਬ ਦੇ ਵਿੱਚ ਜਿਹੜੀ ਮੁਫਤ ਬਿਜਲੀ ਪਾਣੀ ਸੀਗੀ, ਬਿਜਲੀ ਦੀ ਸਹਾਇਤਾ ਸੀਗੀ, ਉਹ ਮੈਂ ਸਮਝਦਾ ਕਿ ਕੁਛ ਨਾ ਕੁਛ ਢਾਰਸ ਦਿੰਦੀ ਆ। ਜੇ ਆਪਾਂ ਉਹ ਵੀ ਖੋਲੀਏ ਤਾਂ ਕਿਸਾਨ ਜਿਹੜੇ ਨੇ ਆਤਮ ਹੱਤਿਆਵਾਂ ਦਾ ਉਹਨਾਂ ਦਾ ਹੈਗਾ ਹੋਰ ਤੇਜ਼। ਵੈਸੇ ਤਾਂ ਅਸੂਲਨ ਮਿਨੀਮਮ ਸਪੋਰਟ ਪ੍ਰਾਈਸ ਜਿਹੜਾ ਸਵਾਮੀਨਾਥਨ ਕਮੇਟੀ ਦੀ ਰਿਕਮੈਂਡੇਸ਼ਨ ਸੀ, ਜਿਹੜੀ ਕਿ ਬਹੁਤ ਦੇਰ ਦੀ ਧੂੜ ਚੱਟ ਰਹੀਆਂ ਕੇਂਦਰ ਦੀ ਸਰਕਾਰ ਦੀਆਂ ਕਿਸੇ ਫਾਈਲਾਂ ਦੇ ਵਿੱਚ, ਜੇ ਸਵਾਮੀਨਾਥਨ ਕਮੇਟੀ ਰਿਪੋਰਟ ਦਾ ਫਾਰਮੂਲਾ ਇੰਪਲੀਮੈਂਟ ਕਰ ਦੇਣ, ਸਾਰੀ ਇਨਪੁਟ ਕਾਸਟ ਕੈਲਕੂਲੇਟ ਕਰਕੇ ਤੇ ਉੱਤੇ ਓਵਰ ਐਂਡ ਅਬਵ 100% ਉਸ ਨੂੰ ਫਾਇਦਾ ਦੇ ਦੇਣ, ਤਾਂ ਕਿਸੇ ਤੋਂ ਸਾਨੂੰ ਮੰਗਣ ਦੀ ਕੋਈ ਲੋੜ ਨਹੀਂ ਗੀ। ਹੁਣ ਤੁਸੀਂ ਦੇਖੋਗੇ ਕਿ ਪੰਜਾਬ ਦੇ ਵਿੱਚ ਜਿਹੜੀ ਝੋਨੇ ਦੀ ਬਿਜਾਈ ਆ, ਕਿਉਂਕਿ ਮਾਈਗ੍ਰੈਂਟ ਲੇਬਰ ਚਲੇ ਗਈ, ਯੂਪੀ ਬਿਹਾਰ ਚਲੇ ਗਏ ਨੇ, ਤੇ ਝੋਨੇ ਦੀ ਬਿਜਾਈ ਦੀ ਕਾਸਟ ਆਲਮੋਸਟ ਦੁੱਗਣੀ ਹੋ ਗਈ। ਪਹਿਲਾਂ 2800 ਰੁਪਏ ਕਿੱਲਾ ਸੀਗੀ, ਹੁਣ 7000 ਰੁਪਏ ਏਕੜ ਵੀ ਲੇਬਰ ਜਿਹੜੀ ਆ ਉਹਨਾਂ ਨੂੰ ਪਵੇਗੀ। ਉਹ ਜਿਹੜਾ ਇਕੱਲੀ ਇੱਕ ਇਨਪੁਟ ਦੀ ਕਾਸਟ ਹੈ ਜਿਹੜੀ ਏਡੀ ਵੱਡੀ ਇੰਨੀ ਮਹਿੰਗਾ ਹੋ ਗਿਆ, ਉਹ ਗਵਰਨਮੈਂਟ ਨੇ ਕਦੀ ਕਿਸੇ ਆਪਣੀ ਕੈਲਕੂਲੇਸ਼ਨ ਵਿੱਚ ਲੈ ਕੇ ਨਹੀਂ ਆਉਣਾ, ਉਹਦਾ ਕੋਈ ਮੁਆਵਜ਼ਾ, ਉਹਦਾ ਕੋਈ ਹਰਜਾਨਾ ਦੇਣਾ ਹੀ ਨਹੀਂ ਕਦੀ ਵੀ। ਇਸ ਲਈ ਸਾਨੂੰ ਤਾਂ ਅਸਲ ਵਿੱਚ ਚਾਹੀਦਾ ਵਾ ਕਿ ਸਾਡੀ ਮਿਨੀਮਮ ਸਪੋਰਟ ਪ੍ਰਾਈਸ ਠੀਕ ਤੈਅ ਕੀਤੀ ਜਾਵੇ, ਕ੍ਰੌਪ ਇੰਸ਼ੋਰੈਂਸ ਹੋਵੇ, ਤੇ ਲੋਕਾਂ ਨੂੰ ਕਿਸਾਨਾਂ ਨੂੰ ਕਿਸੇ ਤੋਂ ਮੰਗਣ ਦੀ ਲੋੜ ਨਹੀਂ। ਪਰ ਚਲੋ ਮੈਂ ਇਸ ਸਬਜੈਕਟ 'ਤੇ ਆਉਣਾ ਕਿ ਬਿਜਲੀ ਦੀ ਫ੍ਰੀ ਪਾਵਰ ਦੀ ਜਿਹੜੀ 14 ਲੱਖ ਟਿਊਬਵੈੱਲ ਹੈ ਪੰਜਾਬ ਦੇ ਵਿੱਚ, 14 ਲੱਖ ਟਿਊਬਵੈੱਲ ਦਾ ਹੁੰਦਾ ਸੀਗਾ ਕਿ ਜਿਹੜਾ PSPCL ਹੈ, ਜਿਹੜਾ ਸਾਡਾ ਬਿਜਲੀ ਬੋਰਡ ਆ, ਉਹ ਸਾਰੇ ਟਿਊਬਵੈੱਲਾਂ ਨੂੰ ਬਿਜਲੀ ਮੁਫਤ ਦੇ ਦਿੰਦਾ ਸੀ, ਤੇ ਪੰਜਾਬ ਗਵਰਨਮੈਂਟ PSPCL ਨੂੰ ਜਿਹੜੀ ਸਬਸਿਡੀ ਸੀ ਉਹਦੀ ਪੇਮੈਂਟ ਕਰਦੀ ਸੀ। ਆਮ ਤੌਰ ਤੇ 6000-8000 ਕਰੋੜ ਰੁਪਇਆ ਪੰਜਾਬ ਸਰਕਾਰ ਨੇ ਪੰਜਾਬ ਦੇ ਬਿਜਲੀ ਬੋਰਡ ਦਾ ਦੇਣਾ ਹੁੰਦਾ, ਜਿਹੜਾ ਉਹ ਦੇ ਨਹੀਂ ਸਕਦੇ ਕਿਉਂਕਿ ਪੰਜਾਬ ਸਰਕਾਰ 2.5 ਲੱਖ ਕਰੋੜ ਰੁਪਏ ਦੀ ਕਰਜ਼ਈ ਆ। ਇਸ ਲਈ ਕੈਪਟਨ ਸਾਹਿਬ ਨੇ ਜਿਹੜਾ ਇਹ ਫੈਸਲਾ ਲਿਆ ਵਾ, ਮੈਂ ਕੋਈ ਕਿਸੇ ਦਾ ਮੁਦਈ ਨਹੀਂਗਾ, ਪਰ ਮੈਂ ਸੱਚ ਬਿਆਨ ਕਰਨ ਲੱਗਿਆ। ਅਸਲ ਵਿੱਚ ਕਹਾਣੀ ਇਹ ਆ ਕਿ ਇਹ ਮੋਦੀ ਸਰਕਾਰ ਦੇ ਪ੍ਰੈਸ਼ਰ ਦੇ ਅਧੀਨ ਲਿਆ, ਜਿੱਥੇ ਬੀਬੀ ਹਰਸਿਮਰਤ ਕੌਰ ਜੀ ਤੁਸੀਂ ਬੈਠੇ ਹੋ, ਸੁਖਬੀਰ ਸਿੰਘ ਬਾਦਲ ਬਹੁਤ ਕੱਲ ਪਰਸੋਂ ਦੇ ਚੀਕ ਰਹੇ ਨੇ, ਅਸੀਂ ਸੰਘਰਸ਼ ਕਰਾਂਗੇ, ਅਸੀਂ ਐਜੀਟੇਸ਼ਨ ਕਰਾਂਗੇ, ਅਸੀਂ ਬਿਜਲੀ ਜਿਹੜੀ ਮੁਫਤ ਆ ਉਹ ਵਾਪਸ ਹੋਣ ਨਹੀਂ ਦਿਆਂਗੇ। ਪਹਿਲਾਂ ਅੱਛੀ ਤਰ੍ਹਾਂ ਸਮਝੋ ਕਿ ਇਹ ਸਟੇਟਸ ਦੇ ਉੱਤੇ ਇਹ ਫੈਸਲਾ ਥੋਪਿਆ ਕਿਸ ਨੇ? ਮੋਦੀ ਸਾਹਿਬ ਦੀ ਸਰਕਾਰ ਨੇ, ਬੀਬੀ ਹਰਸਿਮਰਤ ਕੌਰ ਦੀ ਬਾਦਲ ਦੀ ਕੈਬਨਿਟ ਨੇ ਫੈਸਲਾ ਕੀਤਾ। 17 ਮਈ ਨੂੰ ਇੱਕ ਚਿੱਠੀ ਇਸ਼ੂ ਕੀਤੀ ਗਈ ਪੰਜਾਬ ਸਮੇਤ ਉਹਨਾਂ ਸਟੇਟਾਂ ਨੂੰ ਜਿਹੜੀਆਂ ਬਿਜਲੀ ਪਾਣੀ ਮੁਫਤ ਦਿੰਦੀਆਂ ਆਪਣੇ ਕਿਸਾਨਾਂ ਨੂੰ। ਉਹਨਾਂ ਨੇ ਕਿਹਾ ਕਿ ਜੇ ਤੁਸੀਂ ਆਪਣੇ ਕਰਜ਼ਾ ਹੋਰ ਚੁੱਕਣਾ ਚਾਹੁੰਦੇ ਹੋ ਤੇ ਤੁਹਾਨੂੰ ਕੁਛ ਨਾ ਕੁਛ ਰਿਫਾਰਮਸ ਕਰਨੀਆਂ ਪੈਣਗੀਆਂ। ਕਰਜ਼ਾ ਭਾਵ ਕਿ ਜਿਹੜਾ ਆਹ ਪਿਛਲਾ ਪੈਂਡੈਮਿਕ ਦਾ 3-4 ਮਹੀਨੇ ਹੋਏ ਨਾ, ਇਹਦੇ ਸਟੇਟਾਂ ਦੀ ਆਰਥਿਕ ਪੋਜੀਸ਼ਨ ਬਹੁਤ ਡਾਊਨ ਗਈ ਆ। ਇਹਨਾਂ ਨੂੰ ਹੁਣ ਹੋਰ ਕਰਜ਼ਾ ਦੇਣ ਵਾਸਤੇ ਜਿਹੜੀ ਪਹਿਲਾਂ ਬੋਰੋਇੰਗ ਲਿਮਿਟ ਸੀ ਨਾ, ਉਹ GSDP ਦੇ ਨਾਲ ਚੱਲਦੀ, ਜਿਹੜਾ ਆਪਣਾ ਹੁੰਦਾ ਨਾ ਜੀ ਗ੍ਰੋਸ ਸਟੇਟ ਡੋਮੈਸਟਿਕ ਪ੍ਰੋਡਕਟ, ਉਹਦੇ ਨਾਲ ਕਨੈਕਟਡ ਆ ਤੁਸੀਂ ਕਿੰਨਾ ਕਰਜ਼ਾ ਚੱਕ ਸਕਦੇ ਹੋ। ਤਾਂ ਪਹਿਲਾਂ ਇਹ ਸੀਗਾ ਕਿ ਜਿੰਨਾ GSDP ਆ ਸਟੇਟ ਦਾ ਪੰਜਾਬ ਦਾ, ਉਹਦਾ 3 ਪੈਸੇ ਲਿਮਿਟ ਬੰਨੀ ਸੀ ਉਹਨਾਂ ਕਿ 3% ਤੋਂ ਜ਼ਿਆਦਾ ਤੁਸੀਂ ਕਰਜ਼ਾ ਨਹੀਂ ਚੱਕ ਸਕਦੇ। ਆ ਹੁਣ ਕ੍ਰਾਈਸਿਸ ਦੇ ਕਰਕੇ ਤੇ ਕੇਂਦਰ ਦੀ ਸਰਕਾਰ ਨੇ ਆਪਣੇ ਨੋਰਮਸ ਨੂੰ ਥੋੜਾ ਰਿਲੈਕਸ ਕੀਤਾ। ਉਹਨਾਂ ਨੇ ਕਿਹਾ ਹੁਣ ਤੁਸੀਂ ਐਂ ਕਰੋ, 3 ਦੀ ਬਜਾਏ ਤੁਹਾਨੂੰ ਅਸੀਂ 5% ਕਰਜ਼ਾ ਵਧਾਉਣ ਦੀ ਆਗਿਆ ਦਿੰਦੇ ਆ, ਜਿਸ ਹਿਸਾਬ ਨਾਲ ਪੰਜਾਬ ਨੂੰ ਜਿਹੜਾ ਬਾਕੀ ਕਰਜ਼ਾ ਜਦੋਂ ਚੱਕਦੇ ਉਹਦੇ ਨਾਲੋਂ 12000 ਕਰੋੜ ਰੁਪਇਆ ਪੰਜਾਬ ਸਟੇਟ ਨੂੰ ਜ਼ਿਆਦਾ ਚੱਕਣ ਦਾ ਮੌਕਾ ਮਿਲੇਗਾ। ਮਤਲਬ ਅਸੀਂ ਕਰਜ਼ਾ ਚੱਕਣ ਵਾਸਤੇ ਸਾਨੂੰ ਕੇਂਦਰ ਸਰਕਾਰ ਨੇ ਇੱਕ ਗਾਈਡਲਾਈਨ ਦਿੱਤੀ ਆ, ਪਰ ਨਾਲ ਇੱਕ ਸ਼ਰਤ ਰੱਖਤੀ ਕਿ ਤੁਸੀਂ ਇਹ 3% ਤੋਂ 5% ਲੋਨ ਤਾਈਓ ਚੱਕ ਸਕਦੇ ਹੋ, ਯਾਨੀ ਕਿ 12000 ਕਰੋੜ ਰੁਪਏ ਤੁਹਾਨੂੰ ਹੋਰ ਅਸੀਂ ਤਾਂ RBI ਜਾਂ ਬੈਂਕਾਂ ਤਾਂ ਦੇਣਗੀਆਂ ਜੇ ਤੁਸੀਂ ਮੁਫਤ ਬਿਜਲੀ ਦੀ ਸਹੂਲਤ ਜਿਹੜੀ ਕਿਸਾਨਾਂ ਨੂੰ ਦਿੰਦੇ ਹੋ ਇਸ ਨੂੰ ਕਰੋ ਬੰਦ। ਇਹਦੀ ਜਗ੍ਹਾ ਤੇ ਉਹਨਾਂ ਨੇ ਕਹਿਤਾ ਵਾ ਕਿ ਤੁਸੀਂ ਡਾਇਰੈਕਟ ਬੈਨੀਫਿਟ ਟ੍ਰਾਂਸਫਰ, ਤੁਸੀਂ ਜਿਹੜਾ ਸਬਸਿਡੀ ਆ ਉਹ ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿਓ। ਹੁਣ ਇਹ ਬੜੀ ਕਨਫਿਊਜ਼ਨ ਵਾਲੀ ਗੱਲ ਹੈ ਟੋਟਲ, ਕਿਉਂਕਿ ਟਿਊਬਵੈੱਲ ਜਿਹੜੇ ਖਪਤਕਾਰ ਹੈਗੇ ਨੇ, ਕਨੈਕਸ਼ਨ ਹੋਲਡਰਸ ਨੇ, ਉਹ ਹੈਗੇ ਨੇ 14 ਲੱਖ, ਤੇ ਜਿਹੜਾ ਪੰਜਾਬ ਦੇ ਵਿੱਚ ਐਗਰੀਕਲਚਰ ਫਾਰਮਰਸ ਦਾ ਯੂਨਿਟ ਆ, ਜਿਹੜੀਆਂ ਕਿਸਾਨ ਪਰਿਵਾਰ ਆ, ਉਹ ਹੈਗੇ ਨੇ 26 ਲੱਖ। ਹੁਣ ਗਵਰਨਮੈਂਟ ਫਸ ਗਈ ਕੜਿੱਕੀ 'ਚ ਕਿ ਉਸ ਜੇ ਆਪਾਂ ਕਰਜ਼ਾ ਹੋਰ ਚੁੱਕਣਾ 3 ਤੋਂ ਲੈ ਕੇ 5% ਤੇ ਆਪਣੀ ਲਿਮਿਟ ਇਨਕਰੀਜ਼ ਕਰਨੀ ਆ ਤੇ 12000 ਕਰੋੜ ਰੁਪਏ ਹੋਰ ਚੱਕਣਾ ਵਾ, ਤੇ ਜਿਹੜਾ ਹੈਗਾ ਵਾ ਸਾਨੂੰ ਇਹ DBT ਕਰਨੀ ਪੈਣੀ ਹੈ, ਕੈਸ਼ ਸਬਸਿਡੀ ਡਾਇਰੈਕਟ ਅਕਾਊਂਟਾਂ 'ਚ ਪਾਉਣੀ ਪੈਣੀ ਹੈ। ਪਰ ਕਿਹਦੇ 'ਚ ਪਾਵਾਂਗੇ?
14 ਲੱਖ ਟਿਊਬਵੈਲਸ ਵਾਲੇ ਜਿਨ੍ਹਾਂ ਨੂੰ ਪਹਿਲਾਂ ਸਬਸਿਡੀ ਦਿੰਦੇ ਸੀਗੇ ਉਹਨਾਂ ਦੇ ਅਕਾਊਂਟ 'ਚ ਪਾਉਣੀ ਆ, ਜਾਂ 26 ਲੱਖ ਜਿਹੜਾ ਕੁੱਲ ਕਿਸਾਨ ਪਰਿਵਾਰ ਜਿਹੜਾ ਕੈਨਾਲ ਵਾਟਰ ਲੈਂਦਾ, ਜਿਹੜਾ ਨਹਿਰਾਂ ਦਾ ਪਾਣੀ ਦੇ ਨਾਲ ਖੇਤੀ ਕਰਦਾ, ਜਾਂ ਸਾਰਿਆਂ ਦੇ ਅਕਾਊਂਟਾਂ 'ਚ ਪਾਉਣੀ। ਕੈਪਟਨ ਅਮਰਿੰਦਰ ਸਿੰਘ ਜੀ ਫਸ ਗਏ ਇਹਦੇ ਵਿੱਚ, ਤੇ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਨੇ ਬੜੀ ਰਾਜਨੀਤੀ ਕੀਤੀ 2 ਦਿਨ, ਅਸੀਂ ਹੋਣ ਨਹੀਂ ਦਿਆਂਗੇ, ਅਸੀਂ ਕਰ ਨਹੀਂ ਸਕਾਂਗੇ। ਅਮਰਿੰਦਰ ਸਿੰਘ ਆਪ ਹੀ ਡਰ ਗਏ ਨੇ। ਉਹਨਾਂ ਨੂੰ ਪਤਾ ਵਾ ਕਿ ਜੇ ਪਹਿਲੀ ਗੱਲ ਤਾਂ ਉਹਨਾਂ ਕੋਲ ਇੰਨਾ ਪੈਸਾ ਨਹੀਂਗਾ ਕਿ ਉਸ ਜਿਹੜੀ ਅਕਾਊਂਟਾਂ ਦੇ ਵਿੱਚ ਕੈਸ਼ ਸਬਸਿਡੀ ਪਾ ਸਕਣ। 500 ਰੁਪਏ ਦਾ ਤਾਂ ਰਾਸ਼ਨ ਨਹੀਂ ਦੇ ਸਕੇ ਪੰਜਾਬ ਦੇ ਵਿੱਚ 60 ਦਿਨਾਂ ਵਿੱਚ ਆਪ ਗਰੀਬ ਪਰਿਵਾਰਾਂ ਨੂੰ, ਹਾਲਾਂਕਿ ਉਹ ਕੇਂਦਰ ਤੋਂ ਵੀ ਸਰਕਾਰ ਮਦਦ ਕਰ ਰਹੀ ਸੀ। ਸਿਰਫ 500 ਰੁਪਏ ਦਾ ਰਾਸ਼ਨ ਦੇ ਸਕੀ। ਜਿਹੜੀ ਸਰਕਾਰ 500 ਰੁਪਇਆ ਨਹੀਂ ਪਾ ਸਕੀ 10 ਲੱਖ ਪਰਿਵਾਰਾਂ ਦੇ ਅਕਾਊਂਟ ਵਿੱਚ, ਤੁਹਾਨੂੰ ਲੱਗਦਾ ਵਾ ਕਿ ਉਹ ਫ੍ਰੀ ਪਾਵਰ ਦੀ ਜਿਹੜੀ ਸਬਸਿਡੀ ਆ ਉਹ ਡੀਬੀਟੀ ਕਰਕੇ ਕੈਸ਼ ਟ੍ਰਾਂਸਫਰ ਕਿਸਾਨਾਂ ਦੇ ਅਕਾਊਂਟਾਂ ਵਿੱਚ ਰੈਗੂਲਰਲੀ ਪਾ ਸਕੇਗੀ? ਜੇ ਰੈਗੂਲਰਲੀ ਪਾ ਸਕਦੀ ਤੇ ਫਿਰ ਜਿਹੜਾ ਬਿਜਲੀ ਦੀ ਸਬਸਿਡੀ ਸੀ ਉਹਦਾ ਬਿੱਲ ਟਾਈਮ ਸਿਰ ਬਿਜਲੀ ਬੋਰਡ ਨੂੰ ਦੇ ਦਿੰਦੇ, ਰੌਲਾ ਹੀ ਨਾ ਪੈਂਦਾ। ਇਹਨਾਂ ਦਾ ਹਰ ਵਾਰ ਕੇਸ ਚੱਲਦਾ ਵਾ। ਇਲੈਕਟ੍ਰਿਸਿਟੀ ਰੈਗੂਲੇਟਰੀ ਕਮਿਸ਼ਨ ਬਣਿਆ ਵਾ, ਉਹ ਸਰਕਾਰ ਨੂੰ ਤਾੜਦਾ ਵਾ, ਉਹਨੂੰ ਡਰਾਉਂਦਾ ਵਾ, ਤੇ ਫਿਰ ਜਾ ਕੇ ਕਿਤੇ ਬਿਲਕੁਲ ਅਖੀਰਲੇ ਮੌਕੇ ਤੇ ਪੰਜਾਬ ਸਰਕਾਰ ਆਪਣੀ ਜਿਹੜੀ ਬਣਦੀ ਸਬਸਿਡੀ ਆ ਉਹ ਬਿਜਲੀ ਬੋਰਡ ਨੂੰ ਅਦਾ ਕਰਦੀ। ਸੋ ਕਹਿਣ ਤੋਂ ਭਾਵ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਵਾ ਕਿ ਹਾਈਲੀ ਇੰਪੋਸੀਬਲ ਆ ਕਿ ਮੈਂ ਜਿਹੜਾ ਇਹ ਸਬਸਿਡੀ ਹੋ ਮੈਂ ਅਕਾਊਂਟਾਂ ਵਿੱਚ ਨਹੀਂ ਪਾ ਸਕੂੰਗਾ। ਪਰ ਮੇਰੀ ਗੱਲ ਅੱਛੀ ਤਰ੍ਹਾਂ ਯਾਦ ਰੱਖਿਓ ਕਿ ਇਹ ਅਲਟੀਮੇਟਲੀ 2021 ਤੇ 22 ਜਿਹੜਾ ਅਗਲਾ ਫਾਈਨੈਂਸ਼ੀਅਲ ਈਅਰ ਆ ਰਿਹਾ ਆਪਣਾ ਅਗਲੇ ਵਰੇ ਤੋਂ, ਉਹਦੇ ਤੋਂ ਪਹਿਲਾਂ ਇਹ ਬਿਜਲੀ ਦੀ ਸਹੂਲਤ ਜਿਹੜੀ ਮੁਫਤ ਬਿਜਲੀ ਇਹ ਅਮਰਿੰਦਰ ਸਿੰਘ ਨੇ ਵਾਪਸ ਲੈਣੀ ਹੀ ਲੈਣੀ ਆ। ਤੇ ਜੇ ਨਹੀਂ ਲੈਣੀ ਤੇ ਜਿੱਦਾਂ ਉਹਨਾਂ ਨੇ ਕੈਬਨਿਟ ਵਿੱਚ ਮਤਾ ਪਾਸ ਕੀਤਾ, ਦੁਬਾਰਾ ਕੈਬਨਿਟ ਮੀਟਿੰਗ ਸੱਦਣ, ਉਸੇ ਕੈਬਨਿਟ ਵਿੱਚ ਮਤਾ ਪਾਸ ਕਰਨ ਕਿ ਸਾਨੂੰ ਕਰਜ਼ਾ ਨਹੀਂ ਹੋ ਚਾਹੀਦਾ ਕੇਂਦਰ ਦੀ ਸਰਕਾਰ ਵੱਲੋਂ, ਅਸੀਂ ਬੋਰੋਇੰਗ ਲਿਮਿਟ ਆਪਣੀ ਨਹੀਂ ਵਧਾਉਣਾ ਚਾਹੁੰਦੇ, ਅਸੀਂ ਇਸੇ ਤਰ੍ਹਾਂ ਪਾਵਰ ਸਬਸਿਡੀ ਟਿਊਬਵੈਲ ਅਕਾਊਂਟਾਂ ਦੇ ਹੋਲਡਰਾਂ ਨੂੰ ਇਹ ਮੁਫਤ ਬਿਜਲੀ ਜਾਰੀ ਰਹੇਗੀ। ਜਿਹੜੀ ਕੈਬਨਿਟ ਵਿੱਚ ਉਹਨਾਂ ਨੇ ਇਹ ਫੈਸਲਾ ਲਿਆ, ਉਸੇ ਕੈਬਨਿਟ ਵਿੱਚ ਇਸ ਫੈਸਲੇ ਨੂੰ ਰੱਦ ਕਰਨ, ਉਸ ਫੈਸਲੇ ਨੂੰ ਰਿਸੈਂਡ ਕਰਨ, ਤਾਂ ਪੰਜਾਬ ਦੇ ਲੋਕਾਂ ਦੇ ਮਨਾਂ ਵਿੱਚ ਜਾ ਕੇ ਇਹ ਭਰੋਸਾ ਪੈਦਾ ਹੋਵੇਗਾ ਕਿ ਵਾਕਈ ਹੀ ਇਸ ਸਬਸਿਡੀ ਨੂੰ ਵਾਪਸ ਨਹੀਂ ਲੈਣਗੇ। ਔਰ ਸੁਖਬੀਰ ਸਿੰਘ ਬਾਦਲ ਨੂੰ ਮੈਂ ਕਹਿਣਾ ਚਾਹੁੰਦਾ, ਯਾਰ ਐਡਾ ਮੂਰਖ ਬਣਾਈ ਜਾਂਦੇ ਲੋਕਾਂ ਨੂੰ। ਸਾਰੇ ਕੰਮ ਤੁਸੀਂ ਆਪ ਕਰਵਾ ਰਹੇ ਹੋ ਉੱਥੋਂ। ਸਾਡਾ GST ਦਾ ਪੈਸਾ ਹਲੇ ਵੀ 4000 ਕਰੋੜ ਰੁਪਏ ਪੰਜਾਬ ਦਾ ਤੁਸੀਂ ਦਿੱਤਾ ਨਹੀਂਗਾ ਕੇਂਦਰ ਨੇ। ਤੇ ਆ ਵੀ ਜਿਹੜਾ ਫੈਸਲਾ ਮੇਰੇ ਕੋਲ ਸਾਰੇ ਡਾਕੂਮੈਂਟਸ ਨੇ, ਇਹ ਵੀ ਸਾਰਾ ਫੈਸਲਾ ਤੁਸੀਂ ਹੀ ਪੰਜਾਬ ਸਰਕਾਰ ਤੇ ਥੋਪਿਆ ਵਾ। ਔਰ ਤੁਸੀਂ ਇਹ ਇਸ ਕਰਕੇ ਥੋਪਿਆ ਵਾ ਕਿ ਜੇ ਤੁਸੀਂ ਆਪਣੀ ਬੋਰੋਇੰਗ ਲਿਮਿਟ ਵਧਾਉਣਾ ਚਾਹੁੰਦੇ ਹੋ, 12000 ਕਰੋੜ ਰੁਪਇਆ ਕਰਜ਼ਾ ਪੰਜਾਬ ਚੱਕਣਾ ਚਾਹੁੰਦਾ, ਤੇ ਆ ਜਿਹੜੀ ਮੁਫਤ ਬਿਜਲੀ ਇਹਨੂੰ ਬੰਦ ਕਰੋ, ਤੇ ਜਿੱਦਾਂ ਅਸੀਂ ਕਵਾਂਗੇ ਅਕਾਊਂਟਾਂ ਦੇ ਵਿੱਚ ਤੁਸੀਂ ਇਹ ਸਬਸਿਡੀ ਟ੍ਰਾਂਸਫਰ ਕਰੋ। ਸੋ ਮੇਰੇ ਵੀਰੋ, ਅਸਲੀਅਤ ਤਾਂ ਹੈਗੀ ਆ ਇਹ। ਬਾਕੀ ਸਾਰੀ ਜਿਹੜੇ ਬਿਆਨਬਾਜ਼ੀ ਇੱਧਰ ਉੱਧਰ ਦਬਕੇ ਮਾਰਨੇ, ਫੋਕੀ ਸ਼ੋਹਰਤ ਬਣਾਉਣੀ, ਉਹ ਅਲੱਗ ਗੱਲ। ਜੇ ਸੁਖਬੀਰ ਜੀ ਤੁਸੀਂ ਐਡੇ ਸਿੰਸੀਅਰ ਹੋ ਪੰਜਾਬ ਦੇ ਕਿਸਾਨਾਂ ਦੇ ਪ੍ਰਤੀ, ਤੇ ਹਰਸਿਮਰਤ ਨੂੰ ਕਹੋ ਕਿ ਮੋਦੀ ਸਾਹਿਬ ਦੀ ਕੈਬਨਿਟ 'ਚ ਬੈਠ ਕੇ ਉਹ ਕਹਿਣ ਕਿ ਜਿਹੜਾ ਇਹ ਆਪਾਂ ਸਟੇਟਸ ਦੇ ਸ਼ਰਤ ਰੱਖੀ ਆ, ਇਹ ਸਟੇਟਸ ਦੇ ਸ਼ਰਤ ਹਟਾ ਦਿਓ। ਤੁਸੀਂ ਬੋਰੋਇੰਗ ਲਿਮਿਟ ਭਾਵੇਂ ਵਧਾ ਦਿਓ, 3 ਤੋਂ 5% ਕਰ ਦਿਓ, ਸਾਨੂੰ ਕੋਈ ਇਤਰਾਜ਼ ਨਹੀਂ। ਪੰਜਾਬ ਨੂੰ ਲੋੜ ਹੈ ਕਿਉਂਕਿ ਪੰਜਾਬ ਦੇ ਕੋਲ ਇਸ ਵਕਤ ਕੋਈ ਪੈਸਾ ਨਹੀਂਗਾ। ਪਰ ਤੁਸੀਂ ਇਹ ਜਿਹੜੀ ਸ਼ਰਤ ਰੱਖੀ ਆ ਕਿ ਬਿਜਲੀ ਜਿਹੜੀ ਮੁਫਤ ਹੈ ਇਸ ਨੂੰ ਵਾਪਸ ਲਿਓ, ਤਾਂ ਹੀ ਤੁਹਾਨੂੰ ਅਸੀਂ ਕਰਜ਼ਾ ਵਧਾਉਣ ਦੀ ਲਿਮਿਟ ਦੇਵਾਂਗੇ, ਇਹ ਸਰਾਸਰ ਕੇਂਦਰ ਦੀ ਗਲਤ ਸ਼ਰਤ ਆ। ਔਰ ਇੱਕ ਵਾਰ ਫਿਰ ਮੈਂ ਰੀਇਟਰੇਟ ਕਰਦਾ ਕਿ ਐਗਰੀਕਲਚਰ ਕੈਨੋਟ ਸਸਟੇਨ ਵਿਦਾਊਟ ਵਾਇਬਲ ਸਬਸਿਡੀਜ਼, ਪ੍ਰੋਡਕਟਿਵ ਸਬਸਿਡੀਜ਼। ਸਾਰੀ ਦੁਨੀਆ 'ਚ ਇਹ ਰਿਵਾਜ। ਇੱਕ ਲਾਸਟ ਵਿੱਚ ਮੈਂ ਕਹਿਣਾ ਚਾਹੁੰਦਾ, ਅੱਜ ਬੀਜਾਂ ਦੇ ਲੈ ਕੇ ਇਹਨੂੰ ਘੁਟਾਲੇ ਨੂੰ ਬਹੁਤ ਰੌਲਾ ਪਿਆ ਹੋਇਆ। ਜਦੋਂ ਤਾਂ ਅਕਾਲੀਆਂ ਦਾ ਰਾਜ ਸੀ, ਤੋਤਾ ਸਿੰਘ ਜੀ ਸ਼ਾਇਦ ਐਗਰੀਕਲਚਰ ਮਿਨਿਸਟਰ ਸੀਗੇ, ਜਾਖੜ ਸਾਹਿਬ, ਮੈਂ ਉਹਨਾਂ ਦੀ ਰਿਸਪੈਕਟ ਕਰਦਾ, ਬੜੇ ਅੱਛੇ ਮੇਰੇ ਦੋਸਤ ਵੀ ਨੇ, ਚੰਗੇ ਬੰਦੇ ਨੇ, ਬਹੁਤ ਰੌਲਾ ਪਾਇਆ ਉਹਨਾਂ ਨੇ ਵਿਧਾਨ ਸਭਾ ਦੇ ਅੰਦਰ ਵੀ ਬਾਹਰ ਵੀ। ਬੀਜ ਘੁਟਾਲਾ ਹੋ ਗਿਆ, ਬੀਜ ਘੁਟਾਲਾ ਹੋ ਗਿਆ, ਇਹ ਅਕਾਲੀ ਜਿਹੜੇ ਨੇ ਇਹ ਲੁਟੇਰੇ ਨੇ, ਅਕਾਲੀ ਕਿਸਾਨਾਂ ਦਾ ਪੈਸਾ ਖਾ ਗਏ ਨੇ। ਤੇ ਹੁਣ ਉਹ ਕੀ ਹੋਇਆ ਕਿ ਸਿਰਫ ਕੁਰਸੀਆਂ ਬਦਲੀਆਂ ਨੇ, ਪੱਗਾਂ ਬਦਲੀਆਂ ਨੇ, ਝੰਡੇ ਬਦਲੇ ਨੇ, ਤੇ ਹੁਣ ਅਕਾਲੀ ਰੌਲਾ ਪਾ ਰਹੇ ਨੇ ਕਿ ਕਾਂਗਰਸ ਨੇ ਪੰਜਾਬ ਦੇ ਵਿੱਚ ਬੀਜ ਘੁਟਾਲਾ ਕਰਤਾ। ਜਿਹੜਾ ਕੋਆਪਰੇਟਿਵ ਮਿਨਿਸਟਰ ਹੈ, ਐਗਰੀਕਲਚਰ ਮਿਨਿਸਟਰ, ਉਸ ਨੇ ਬੜਾ ਵੱਡਾ ਘੁਟਾਲਾ ਕਰਤਾ। ਵਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰ ਰਿਹਾ, ਕਦੀ ਕੋਈ ਹੋਰ ਬਿਆਨ ਦੇ ਰਿਹਾ। ਤੇ ਮੈਂ ਕਹਿਣਾ ਚਾਹੁੰਦਾ, ਔਰ ਅੱਜ ਹਰਸਿਮਰਤ ਕੌਰ ਜੀ ਦਾ ਬਿਆਨ ਆਇਆ ਕਿ ਜਿਹੜਾ ਸੀਡ ਸਕੈਮ ਹੈ, ਇਹਦੀ ਜਿਹੜੀ ਜਾਂਚ ਹੈ ਸੈਂਟਰਲ ਟੀਮ ਵੱਲੋਂ ਕੀਤੀ ਜਾਵੇ। ਬੀਬਾ ਜੀ ਜ਼ਰੂਰ ਕਰਾਓ, ਪਰ ਇੱਕ ਗੱਲ ਹੈ ਕਿ ਜੇ ਕੇਂਦਰ ਦੀ ਟੀਮ ਤੋਂ ਜਾਂਚ ਕਰਾਉਣੀ ਹੈ ਤੇ ਪਿਛਲੇ 10 ਸਾਲ ਦਾ ਜਿਹੜਾ ਘਪਲਾ ਹੋਇਆ ਬੀਜਾਂ ਦੇ ਵਿੱਚ ਅਕਾਲੀ ਦਲ ਦੇ ਰਾਜ ਵਿੱਚ, ਉਹ ਵੀ ਇਹਦੀ ਜਾਂਚ ਦੇ ਦਾਇਰੇ ਦੇ ਵਿੱਚ ਲੈ ਆਓ। ਅਕਾਲੀ ਦਲ ਨੂੰ ਮੈਂ ਕਹਿਣਾ ਚਾਹੁੰਦਾ ਕਿ ਠੀਕ ਹੈ, ਕਾਂਗਰਸ ਗਲਤ ਕਰ ਰਹੀ ਆ, ਕੋਈ ਸ਼ੱਕ ਹੀ ਨਹੀਂਗਾ। ਜਿਹੜੀਆਂ ਲੀਹਾਂ ਤੁਸੀਂ ਪਾ ਕੇ ਗਏ ਮਾਫੀਆ ਦੀਆਂ, ਉਹਨਾਂ ਲੀਹਾਂ ਦੇ ਉੱਤੇ ਕਾਂਗਰਸ ਚੱਲ ਰਹੀ ਆ, ਮੈਂ ਉਸ ਗੱਲ ਦੀ ਗਵਾਹੀ ਦਿੰਦਾ। ਪਰ ਤੁਸੀਂ ਕਿਹੜੇ ਮੂੰਹ ਦੇ ਨਾਲ ਕਾਂਗਰਸ ਨੂੰ
ਇਹ ਸਾਰੀਆਂ ਗੱਲਾਂ ਤੇ ਸਵਾਲ ਕਰਦੇ ਹੋ। ਤੁਸੀਂ ਬੀਜ ਘੁਟਾਲੇ ਤੇ ਸਵਾਲ ਕਰ ਹੀ ਨਹੀਂ ਸਕਦੇ, ਕਿਉਂਕਿ ਤੁਹਾਡੇ ਸਮੇਂ ਬਹੁਤ ਵੱਡਾ ਬੀਜ ਘੁਟਾਲਾ ਹੋਇਆ। ਤੁਹਾਡੇ ਸਾਹਮਣੇ ਜਿਹੜਾ ਨਰਮੇ ਦੀ ਸਪਰੇਅ ਦੀਆਂ ਦਵਾਈਆਂ ਦਾ ਸੀਗਾ, ਨਕਲੀ ਦਵਾਈਆਂ ਵੇਚ ਕੇ ਤੁਸੀਂ ਕਿਸਾਨਾਂ ਦਾ ਸੈਂਕੜੇ ਹਜ਼ਾਰਾਂ ਕਰੋੜ ਰੁਪਏ ਮਰਵਾਇਆ। ਅਲਟੀਮੇਟਲੀ ਉਹਨਾਂ ਨੂੰ ਆਤਮ ਹੱਤਿਆ ਕਰਨੀ ਪਈ। ਤੁਸੀਂ ਸਪਰੇਆਂ ਦੇ ਦਵਾਈਆਂ ਤੇ ਕੀੜੇ ਮਾਰ ਦਵਾਈਆਂ ਵਿੱਚ ਘੁਟਾਲਾ ਕੀਤਾ। ਜੇ ਮੈਂ ਹੁਣ ਗੱਲ ਗਣਾਉਣ ਲੱਗਾ ਤਾਂ ਬਹੁਤ ਲੰਬੀ, ਨਸ਼ਿਆਂ ਤੋਂ ਲੈ ਕੇ ਥੱਲੇ ਰੇਤਾ ਦੇ ਮਾਫੀਏ ਤੱਕ ਗੱਲ ਆਉਂਦੀ ਆ। ਸਾਰੀਆਂ ਪਿਰਤਾਂ ਸੁਖਬੀਰ ਸਿੰਘ ਬਾਦਲ ਜੀ ਤੁਹਾਡੀਆਂ ਪਾਈਆਂ ਹੋਈਆਂ ਨੇ। ਇਸ ਲਈ ਮੇਰੇ ਵੀਰੋ, ਕਿਸਾਨੋ, ਇਹ ਜਿਹੜਾ ਜੋ ਕੁਝ ਤੁਹਾਡਾ ਸਰਕਾਰ ਕਰੀ, ਤੁਹਾਡੇ ਤੇ ਅਹਿਸਾਨ ਨਹੀਂ ਕਰ ਰਹੀ। ਇਹ ਸਾਡਾ ਅਧਿਕਾਰ ਆ। ਆਪਾਂ ਸਾਰੇ ਅਨਾਜ ਪੈਦਾ ਕਰਕੇ ਸਾਰੇ ਦੇਸ਼ ਨੂੰ ਜਿਹੜਾ ਭੁੱਖੇ ਸੌਂ ਕੇ ਸਾਰੇ ਦੇਸ਼ ਦਾ ਪੇਟ ਭਰਿਆ ਵਾ। ਇਸ ਲਈ ਮੇਰੀ ਤਾਂ ਇਹੀ ਬੇਨਤੀ ਆ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕਿ ਇਕੱਲੀ ਬਿਜਲੀ ਪਾਣੀ ਮੁਫਤ ਨਹੀਂ, ਕ੍ਰੌਪ ਇੰਸ਼ੋਰੈਂਸ ਕਰਾਓ ਇਹਨਾਂ ਦੀ, ਔਰ ਉਹਦਾ ਪ੍ਰੀਮੀਅਮ ਸਾਰਾ ਪੰਜਾਬ ਸਰਕਾਰ ਆਪ ਭਰੇ ਔਰ ਉਸ ਨੂੰ ਲਾਗੂ ਕਰਵਾਓ। ਔਰ ਜਦੋਂ ਕੋਈ ਹੋ ਜਾਂਦੀ ਗੜੇਮਾਰ, ਕੋਈ ਫਲੱਡਸ, ਕੋਈ ਸੋਕਾ, ਜੋ ਵੀ ਜਿਹੜਾ ਫਸਲਾਂ ਦਾ ਸਾਡਾ ਨੁਕਸਾਨ ਹੁੰਦਾ, ਉਹਦਾ 100% ਮਤਲਬ ਰਿਸਪੈਕਟੇਬਲ, ਘੱਟੋ ਘੱਟ 20,000 ਰੁਪਏ ਪਰ ਏਕੜ ਦਾ ਤੁਸੀਂ ਜਿਹੜਾ ਹੈ ਕੰਪਨਸੇਸ਼ਨ ਦਿਆ ਕਰੋ। ਤਾਂ ਅਸੀਂ ਸਮਝਾਂਗੇ ਕਿ ਤੁਸੀਂ ਵਾਕਈ ਕਿਸਾਨ ਹਿਤੈਸ਼ੀ ਆ। ਵਰਨਾ ਵਾਰੀ ਬੰਨੀ ਹੋਈ ਹੈ ਤੁਹਾਡੀ, ਇੱਕ ਵਾਰੀ ਉਹ ਆ ਜਾਂਦੇ, ਇੱਕ ਵਾਰੀ ਉਹ ਆ ਜਾਂਦੇ ਆ। ਜਿਹੜੇ ਪਹਿਲਾਂ ਕਾਂਗਰਸ ਵਾਲੇ ਬਿਆਨ ਦਿੰਦੇ ਸੀਗੇ ਵਿਰੋਧ ਵਿੱਚ ਬੈਠ ਕੇ, ਉਹੀ ਬਿਆਨ ਤੁਸੀਂ ਚੱਕ ਕੇ ਅਖਬਾਰਾਂ ਦੇਖ ਲਓ, ਉਹਨਾਂ ਨੂੰ ਰੈਪਲੀਕੇਟ ਸੁਖਬੀਰ ਸਿੰਘ ਬਾਦਲ ਸਿਰਫ ਨਾਮ ਬਦਲ ਰਹੇ ਨੇ। ਮੈਨੂੰ ਤਾਂ ਲੱਗਦਾ ਇਹਨਾਂ ਦੇ ਕੰਪਿਊਟਰਸ ਵਿੱਚ ਪੱਕੇ ਪਕਾਏ ਪ੍ਰੈਸ ਰਿਲੀਜ਼ 100% ਬਣੀਆਂ ਪਈਆਂ। ਜੇ ਨਸ਼ੇ ਦਾ ਮਾਫੀਆ ਬੋਲੂਗਾ ਤੇ ਵਿਕਰਮ ਦਾ ਨਾਂ ਹਟਾ ਕੇ ਤੇ ਫਲਾਣੇ ਕਾਂਗਰਸੀ ਦਾ ਪਾ ਦਿਓ। ਜੇ ਰੇਤਾ ਦਾ ਮਾਫੀਆ ਬੋਲੂਗਾ ਤੇ ਅਕਾਲੀਆਂ ਦੇ ਮਾਫੀਆ ਦਾ ਨਾਂ ਹਟਾ ਕੇ ਰਾਣੇ ਗੁਰਜੀਤ ਦਾ ਪਾ ਦਿਓ। ਜੇ ਟਰਾਂਸਪੋਰਟ ਦਾ ਬੋਲੂਗਾ ਤੇ ਫਲਾਣੇ ਦਾ ਹਟਾ ਕੇ ਕਿਸੇ ਕਾਂਗਰਸੀ ਟਰਾਂਸਪੋਰਟਰ ਦਾ ਪਾ ਦਿਓ। ਦੈਟ ਇਜ਼ ਆਲ ਵਾਟ ਇਜ਼ ਹੈਪਨਿੰਗ ਇਨ ਪੰਜਾਬ। ਇਸ ਲਈ ਤੁਸੀਂ ਸਾਰੇ ਸਿਆਣੇ ਹੋ। ਔਰ ਮੇਰੀ ਇੱਕ ਵਾਰੀ ਅਪੀਲ ਆ ਅਮਰਿੰਦਰ ਸਿੰਘ ਜੀ ਨੂੰ ਕਿ ਇਹ ਸਬਸਿਡੀ ਬੰਦ ਨਹੀਂ ਹੋਣੀ ਚਾਹੀਦੀ, ਬਲਕਿ ਤੁਸੀਂ ਕ੍ਰੌਪ ਇੰਸ਼ੋਰੈਂਸ ਔਰ ਜਿਹੜਾ ਬੋਨਸ ਆ, ਔਰ ਜਿਹੜਾ ਸਾਡਾ 3,000 ਰੁਪਏ ਏਕੜ ਦਾ ਕੱਲੀ ਝੋਨੇ ਦੀ ਬਿਜਾਈ ਵਿੱਚ ਕਾਸਟ ਵਧ ਰਹੀ ਆ, ਇਹਦੀ ਜ਼ਿੰਮੇਵਾਰੀ ਵੀ ਤੁਸੀਂ ਚੁੱਕੋ ਤੇ ਉਹਨਾਂ ਦੀ ਮਦਦ ਕਰੋ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ। ਸੁਖਪਾਲ ਸਿੰਘ ਖੇਰਾ। E5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।